स्वागत है पीटीसी न्यूज़ ਦੇ ਵਿੱਚ ਸਾਰੇ ਦਰਸ਼ਕਾਂ ਦਾ। ਮੈਂ ਹਰਪ੍ਰੀਤ ਸਿੰਘ ਖਾਸ ਪ੍ਰੋਗਰਾਮ ਤੁਹਾਡੀ ਬਾਤ ਲੈ ਕੇ ਹਾਜ਼ਰ ਹਾਂ। ਜਿਸ ਤਰ੍ਹਾਂ ਨਾਮ ਤੋਂ ਹੀ ਪਤਾ ਲੱਗ ਰਿਹਾ ਕਿ ਤੁਹਾਡੀ ਬਾਤ ਪ੍ਰੋਗਰਾਮ ਦਾ ਨਾਮ ਹੈ ਤੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲ ਕਰਾਂਗੇ ਤੁਹਾਡੇ ਮੁੱਦਿਆਂ ਦੀ, ਰੋਜ਼ਮਰਾ ਦੀ ਜ਼ਿੰਦਗੀ ਦੀ ਤੇ ਪੰਜਾਬ ਵਾਸੀਆਂ ਨੂੰ ਆਂਦੀਆਂ ਦਰਕਾਰ ਮੁਸ਼ਕਲਾਂ ਦੀ। ਇਹਨਾਂ ਮੁਸ਼ਕਲਾਂ ਦਾ ਹੱਲ ਕੀ ਹੋ ਸਕਦਾ ਹੈ ਔਰ ਇਹ ਮੁਸ਼ਕਲਾਂ ਕਿਉਂ ਆਉਂਦੀਆਂ ਨੇ? ਕੀ ਇਹ ਮੁਸ਼ਕਲਾਂ ਹੁਣੇ ਪੈਦਾ ਹੋਈਆਂ ਨੇ ਜਾਂ ਪਿਛਲੇ ਲੰਬੇ ਸਮੇਂ ਤੋਂ ਚੱਲੀਆਂ ਆ ਰਹੀਆਂ ਨੇ ਤੇ ਹੁਣ ਉਹ ਵਿਕਰਾਲ ਰੂਪ ਧਾਰਨ ਕਰ ਚੁੱਕੀਆਂ ਨੇ, ਜਿਨ੍ਹਾਂ ਲਈ ਗੰਭੀਰਤਾ ਨਾਲ ਸੋਚਣਾ ਸਮਝਣਾ ਬੜਾ ਜ਼ਰੂਰੀ ਹੈ ਔਰ ਉਸ ਤੋਂ ਵੀ ਵੱਧ ਉਹਨਾਂ ਦਾ ਹੱਲ ਕੱਢਣਾ ਬੜਾ ਜ਼ਰੂਰੀ ਹੈ। ਇਸ ਪ੍ਰੋਗਰਾਮ ਦੇ ਵਿੱਚ ਸਾਡੀ ਇਹ ਕੋਸ਼ਿਸ਼ ਰਹੇਗੀ ਕਿ ਜਿੱਥੋਂ ਤੱਕ ਮੁੱਦਿਆਂ ਦੀ ਗੱਲ ਹੈ, ਮੁੱਦੇ ਤੁਹਾਡੇ ਸਾਹਮਣੇ ਰੱਖੇ ਜਾਣ ਤੇ ਉਹ ਮੁੱਦੇ ਕਿਵੇਂ ਹੱਲ ਹੋ ਸਕਦੇ ਨੇ ਉਹ ਸੁਝਾਅ ਵੀ ਤੁਹਾਡੇ ਅੱਗੇ ਰੱਖੇ ਜਾਣ। ਇਸ ਨਵੇਂ ਪ੍ਰੋਗਰਾਮ ਦੀ ਸ਼ੁਰੂਆਤ ਅਸੀਂ ਕਰ ਰਹੇ ਹਾਂ ਅੱਜ ਦੇ ਖਾਸ ਐਪੀਸੋਡ ਤੋਂ, ਕਿਉਂਕਿ ਪੰਜਾਬ ਲਗਾਤਾਰ ਖਾਲੀ ਹੁੰਦਾ ਜਾ ਰਿਹਾ। ਪੰਜਾਬ ਦਾ ਨੌਜਵਾਨ ਭਰ ਕੇ ਡਾਲਰ ਲੈ ਕੇ ਬਾਹਰਲੇ ਮੁਲਕਾਂ ਦੇ ਵਿੱਚ ਜਾ ਰਿਹਾ। ਇੱਕ ਹੋੜ ਲੱਗੀ ਹੋਈ ਹੈ ਕਿ ਮੈਂ ਕੈਨੇਡਾ ਵਸਣਾ, ਮੈਂ ਅਮਰੀਕਾ ਵਸਣਾ। ਪੰਜਾਬ ਬ੍ਰੇਨ ਡਰੇਨ ਹੋ ਰਿਹਾ। ਆਖਿਰਕਾਰ ਕਿਉਂ ਅਜਿਹੇ ਹਾਲਾਤ ਬਣ ਰਹੇ ਨੇ? ਅੱਜ ਪੰਜਾਬ ਦੇ ਵਿੱਚ ਆંકੜੇ ਕਹਿੰਦੇ ਨੇ ਕਿ ਹਰ ਰੋਜ਼ ਸਵੇਰੇ ਘੱਟੋ ਘੱਟ ਲੱਖ ਸਵਾ ਲੱਖ ਨੌਜਵਾਨ ਆਈਲੈਟਸ ਲੈਣ ਦੇ ਲਈ ਸਵੇਰੇ ਘਰੋਂ ਨਿਕਲ ਜਾਂਦਾ, ਜਦਕਿ ਗੁਆਂਢੀ ਸੂਬੇ ਜਿਨ੍ਹਾਂ ਨੂੰ ਅਸੀਂ ਕਹਿੰਦੇ ਸੀਗੇ ਕਿ ਬੜੇ ਪਛੜੇ ਹੋਏ ਸੂਬੇ ਨੇ, ਯੂਪੀ ਹੈ, ਬਿਹਾਰ ਹੈ, ਉੱਥੇ IAS IPS ਦੀ ਤਿਆਰੀ ਕੀਤੀ ਜਾਂਦੀ ਹੈ ਤੇ ਸਾਡੇ ਇੱਥੇ ਕੀਤੀ ਜਾਂਦੀ ਹੈ ਤਿਆਰੀ ਬਾਹਰ ਜਾਣ ਦੇ ਲਈ। ਕਿਉਂ ਅਜਿਹੇ ਹਾਲਾਤ ਬਣਦੇ ਨੇ ਔਰ ਕੀ ਇੰਨੇ ਸੌਖੇ ਹਾਲਾਤ ਨੇ? ਜਿਹੜੇ ਬੱਚੇ ਬਾਹਰ ਚਲੇ ਵੀ ਜਾਂਦੇ ਨੇ ਉਹਨਾਂ ਦੇ ਕੀ ਹਾਲਾਤ ਨੇ, ਇਹ ਵੀ ਤੁਹਾਨੂੰ ਦਿਖਾਵਾਂਗੇ ਸਾਡੀ ਅੱਜ ਦੀ ਖਾਸ ਪੇਸ਼ਕਸ਼ ਦੇ ਵਿੱਚ, ਜਿਹਦਾ ਨਾਂ ਹੈ ਤੁਹਾਡੀ ਬਾਤ। ਬੜੀ ਹੈਰਾਨਗੀ ਹੁੰਦੀ ਹੈ ਜਦੋਂ ਅਸੀਂ ਆંકੜੇ ਦੇਖਦੇ ਹਾਂ ਕਿ ਪੰਜਾਬ ਦਾ ਨੌਜਵਾਨ ਜਿਹੜਾ ਇੱਥੇ ਪੜ੍ਹਿਆ ਲਿਖਿਆ, ਚੰਗੇ ਘਰਾਂ ਦੇ ਵਿੱਚ ਪੈਦਾ ਹੋਇਆ, ਉਹਦਾ ਬਚਪਨ ਗੁਜ਼ਰਿਆ, ਕਿਸ ਦਾ ਮਨ ਕਰਦਾ ਹੋਏਗਾ ਆਪਣਾ ਘਰ, ਆਪਣਾ ਪਿੰਡ, ਆਪਣਾ ਸ਼ਹਿਰ, ਆਪਣਾ ਮੁਲਕ ਛੱਡ ਕੇ ਦੂਜੇ ਮੁਲਕ ਵਿੱਚ ਵਸਿਆ ਜਾਵੇ। ਪੰਜਾਬੀ ਦੀ ਕਹਾਵਤ ਹੈ, ਰਿਜ਼ਕ ਵਿਹੂਣੇ ਆਦਮੀ ਜਾਣ ਮੁਹੱਬਤਾਂ ਤੋੜ। ਜਦੋਂ ਤੁਹਾਨੂੰ ਰਿਜ਼ਕ ਨਹੀਂ ਮਿਲਦਾ ਤਾਂ ਸ਼ਾਇਦ ਤੁਹਾਨੂੰ ਮੁਹੱਬਤ ਤੋੜਨੀ ਪੈਂਦੀ ਹੈ, ਭਾਵੇਂ ਉਹ ਘਰ ਦੇ ਨਾਲ ਮੁਹੱਬਤ ਹੋਵੇ, ਪਰਿਵਾਰ ਦੇ ਨਾਲ ਮੁਹੱਬਤ ਹੋਵੇ। ਪੰਜਾਬ ਦੇ ਸੰਦਰਭ ਦੇ ਵਿੱਚ ਤੁਸੀਂ ਪਿਛਲੇ 10 ਸਾਲਾਂ ਦੇ ਜਾਂ 20 ਸਾਲਾਂ ਦੇ ਆંકੜੇ ਦੇਖੋ ਤਾਂ ਇਹ ਦੱਸਦੇ ਨੇ ਕਿ ਬੇਰੁਜ਼ਗਾਰੀ ਦੀ ਦਰ ਕਿੰਨੇ ਵੱਡੇ ਪੱਧਰ ਤੇ ਵੱਧ ਰਹੀ ਹੈ। ਸਿਰਫ ਇਹੀ ਕਾਰਨ ਨਹੀਂ ਹੈ ਕਿ ਨੌਜਵਾਨ ਬਾਹਰ ਜਾ ਰਹੇ ਨੇ, ਉਸ ਤੋਂ ਵੀ ਵੱਡੀ ਗੱਲ, ਪੰਜਾਬ ਦਾ ਇੱਕ ਮੁੱਖ ਖਿੱਤਾ ਸੀਗਾ ਖੇਤੀਬਾੜੀ ਦਾ ਖਿੱਤਾ, ਜਿਹੜਾ ਕਿ ਪੰਜਾਬ ਪੂਰੀ ਤਰ੍ਹਾਂ ਨਿਰਭਰ ਖੇਤੀਬਾੜੀ ਤੇ ਰਿਹਾ। ਪਰ ਖੇਤੀਬਾੜੀ ਦਾ ਧੰਦਾ ਲਗਾਤਾਰ ਨਿਗਾਰ ਵੱਲ ਜਾ ਰਿਹਾ, ਲਗਾਤਾਰ ਘਾਟੇ ਵੱਲ ਜਾ ਰਿਹਾ। ਇਸ ਲਈ ਕੋਈ ਵੀ ਮੈਨੂੰ ਲੱਗਦਾ ਕਿ ਜ਼ਿਮੀਂਦਾਰ ਇਹ ਚਾਹੁੰਦਾ ਹੀ ਨਹੀਂ ਕਿ ਉਹਦਾ ਪੁੱਤਰ ਵੀ ਕਿਸਾਨ ਬਣੇ। ਇਸ ਲਈ ਇੱਕ ਵੱਡੀ ਹੋੜ ਹੈ ਕਿ ਕੈਨੇਡਾ ਜਾ ਕੇ ਵਸ ਲਿਆ ਜਾਵੇ ਇੱਥੋਂ ਦੇ ਹਾਲਾਤਾਂ ਨੂੰ ਵੇਖਦੇ ਹੋਇਆ। ਪਰ ਇਹਨਾਂ ਹਾਲਾਤਾਂ ਲਈ ਜ਼ਿੰਮੇਵਾਰ ਕੌਣ ਹੈ, ਇਹ ਵੀ ਸੋਚਣਾ ਪਏਗਾ। पंजाबी मुंडे कुड़ियां विच वध रही विदेशी उडारी शायद एक दिन पंजाब खाली कर देवेगी अते इस घाग वसदे पंजाब विच रह जाणगे सिर्फ ते सिर्फ बजुर्ग जो उडीक करदे वेखणगे अपने लाडलियां दा चेहरा देखण दे लई। PTC न्यूज़ ने अपने इस प्रोग्राम दे राही जानण दी कोशिश कीती कि आखिरकार विदेशी धरती ते ही क्यों जाना चाहुंदा है पंजाब दा यूथ। नहीं सर, इत्थे इंपलॉयमेंट अपॉर्चुनिटीज़ नहीं हैगियां। साडे ਜਿਹੜੀ गवर्नमेंट है प्रॉपर इंपलॉयमेंट नहीं करती पई। हुण ग्रैजुएशन की है, कोई जॉब नहीं, किते कोई सारा कुछ प्राइवेट हो जा रहा है, सारी जॉब कोई इनकम नहीं हैगी, कोई सोर्स नहीं हैगा इत्थे ਪੰਜਾਬ 'ਚ। ਐਕਚੁਅਲੀ ਮੈਂ ਇੱਥੇ ਜੌਬ ਕੀਤੀ ਹੈ ਚੰਡੀਗੜ੍ਹ ਮੋਹਾਲੀ ਐਜ਼ ਅ ਸਾਈਟ ਇੰਜੀਨੀਅਰ, ਬਟ ਉਹ ਪੂਰਾ ਸੈਲਰੀ ਪੈਕੇਜ ਨਹੀਂ ਦਿੰਦੇ ਹੈਗੇ। ਸਾਡੀ ਇੰਡੀਆ ਦੇ ਐਜੂਕੇਸ਼ਨ ਸਿਸਟਮ ਬਿਲਕੁਲ ਨਹੀਂ ਸਹੀ, ਕਿਉਂਕਿ ਇਹਨਾਂ ਵਿੱਚ ਪੁਰਾਣੀਆਂ ਸਭ ਬੁੱਕਸ ਦਾ ਥਿਊਰੀ ਹੁੰਦੀ ਹੈ ਜੋ ਉਹ ਬਿਲਕੁਲ ਵੀ ਅਪਡੇਟ ਨਹੀਂ ਕਰਦੇ, ਉਹਨੂੰ ਟਾਈਮ ਤੇ ਟਾਈਮ ਚੇਂਜ ਨਹੀਂ ਕਰਦੇ ਬਿਲਕੁਲ ਵੀ। ਉਹ ਪੁਰਾਣਾ ਵਾਲਾ ਜੋ ਵੀ ਹੈ ਸਿਸਟਮ ਉਹੀ ਚੱਲ ਰਿਹਾ ਹਜੇ ਤੱਕ ਵੀ। ਔਰ ਜੋ ਫੋਰਨ ਕੰਟਰੀਜ਼ ਹੁੰਦੀਆਂ ਉਹਨਾਂ ਦੇ ਵਿੱਚ ਪ੍ਰੈਕਟੀਕਲ ਵਰਕ 'ਤੇ ਜ਼ਿਆਦਾ ਫੋਕਸ ਕੀਤਾ ਜਾਂਦਾ ਹੈ। ਮੈਨੂੰ ਆਪਣੇ ਆਪ ਨੂੰ ਪਤਾ ਲੱਗ ਰਿਹਾ ਕਿ ਮੇਰਾ ਸਕੋਪ ਹੈ ਨਹੀਂ ਇੱਥੇ, ਕਿਉਂਕਿ ਸਾਨੂੰ ਗਵਰਨਮੈਂਟ ਹੀ ਓਪਰਚੁਨਿਟੀਜ਼ ਨਹੀਂ ਦੇ ਰਹੀ। ਜਿੱਦਾਂ ਮੈਂ BBA 'ਚ ਗ੍ਰੈਜੂਏਸ਼ਨ ਕੀਤੀ ਹੈ, ਮੈਨੂੰ ਜੋਬ ਓਪਰਚੁਨਿਟੀਜ਼ ਹੈ ਹੀ ਨਹੀਂ ਇੱਥੇ। ਇਸ ਲਈ ਮੈਂ ਫਰਦਰ ਸਟੱਡੀਜ਼ ਉੱਥੇ ਕਰਨਾ ਚਾਹੁੰਦਾ ਕਿ ਪੋਸਟ ਗ੍ਰੈਜੂਏਸ਼ਨ ਕਰਾਂ ਕਿ ਮੈਨੂੰ ਚਾਂਸ ਮਿਲੇ ਮੈਨੂੰ ਜੋਬ ਕਰਨ ਲਈ। ਛੋਟੇ ਸ਼ਹਿਰਾਂ ਤੋਂ ਲੈ ਕੇ ਵੱਡੇ ਸ਼ਹਿਰਾਂ ਵਿੱਚ ਆਈਲੈਟਸ ਸੈਂਟਰਾਂ ਦੀ ਭਰਮਾਰ ਇੰਨੀ ਵੱਧ ਗਈ ਹੈ ਕਿ ਤੁਹਾਨੂੰ ਹਰ ਗਲੀ, ਹਰ ਮੁਹੱਲੇ ਨਾ ਜਾਣੇ ਕਿੰਨੇ ਹੀ ਸੈਂਟਰ ਨਜ਼ਰੀ ਪੈ ਜਾਣਗੇ। ਹਰ ਬੱਚੇ ਦੀ ਕੋਸ਼ਿਸ਼ ਹੈ ਕਿ ਉਹ 12ਵੀਂ ਤੋਂ ਬਾਅਦ ਆਈਲੈਟਸ ਵਰਗਾ ਲਾਜ਼ਮੀ ਪੇਪਰ ਕਲੀਅਰ ਕਰਕੇ ਵਿਦੇਸ਼ ਪਹੁੰਚ ਜਾਵੇ। ਅਸੀਂ ਉਹਨਾਂ ਕਈ ਬੱਚਿਆਂ ਨਾਲ ਗੱਲ ਕੀਤੀ ਜੋ ਵਿਦੇਸ਼ ਜਾਣ ਦੀ ਇੱਛਾ ਰੱਖਦੇ ਨੇ, ਪਰ ਉਹ ਕਿਉਂ ਜਾਣਾ ਚਾਹੁੰਦੇ ਨੇ, ਇਸ ਨੂੰ ਲੈ ਕੇ ਵੱਖੋ-ਵੱਖ ਤਰਕ ਨੇ।
मैंने आइल्स करी है। आइल्स करने के बाद मैं बाहर जाना चाहती हूँ क्योंकि यहाँ पे मुझे करियर अपॉर्चुनिटीज़ नहीं मिली। मैं ग्रेजुएट हूँ, ग्रेजुएशन के बाद मैंने मास्टर्स भी की है, पर उसके बाद भी मुझे यहाँ पे उतनी अपॉर्चुनिटीज़ नहीं दिखी जो मुझे बाहर दिख रही ਇੱਕ थी। ਮੇਨ ਕਾਰਨ ਜਿਹੜਾ ਬਾਹਰ ਜਾਣ ਦਾ ਉਹ ਹੈ ਕਿ ਵਧੀਆ ਪੈਸੇ ਕਮਾਉਣਾ, ਕਿਉਂਕਿ ਇੱਥੇ ਇੰਨੀ ਓਪਰਚੁਨਿਟੀ ਹੈ ਹੀ ਨਹੀਂ ਹੈ ਕਿ ਅਸੀਂ ਇੱਥੇ ਇੰਨਾ ਕਮਾ ਸਕੀਏ। ਜੇ ਅਸੀਂ ਕਮਾਈਏ ਤੇ ਉਨਾ ਖਰਚਾ ਨਿਕਲ ਜਾਂਦਾ ਤੇ ਇੱਥੇ ਕੋਈ ਫਾਇਦਾ ਹੀ ਨਹੀਂ ਹੈ। ਨਾਲੇ ਸਰਕਾਰ ਓਪਰਚੁਨਿਟੀ ਦੇ ਹੀ ਨਹੀਂ। ਕੁਝ ਬੱਚਿਆਂ ਨੇ ਵਿਦੇਸ਼ੀ ਧਰਤੀ ਤੇ ਆਪਣਾ ਸੁਰੱਖਿਅਤ ਭਵਿੱਖ ਦੀ ਉਮੀਦ ਕੀਤੀ ਤਾਂ ਕੁਝ ਬੱਚੇ ਸਰਕਾਰੀ ਸਿਸਟਮ ਦੇ ਤਾਣੇ ਬਾਣੇ ਤੇ ਸਵਾਲ ਚੁੱਕਦੇ ਵੇਖੇ। ਆਪਣੀ ਮਿਹਨਤ ਦਾ ਮੁੱਲ ਨਹੀਂ ਮੁੜਦਾ ਜਦੋਂ ਆਪਾਂ ਹਿੰਦੁਸਤਾਨ 'ਚ ਕਰਦੇ ਹਾਂ। ਆਪਾਂ ਜੇ ਆਪਾਂ ਬਾਹਰ ਜਾਂਦੇ ਹਾਂ, ਜਿੰਨੀ ਆਪਾਂ ਮਿਹਨਤ ਕਰਦੇ ਹਾਂ ਆਪਾਂ ਨੂੰ ਉਸ ਹਿਸਾਬ ਨਾਲ ਪੈਸੇ ਮਿਲਦੇ ਨੇ, ਤੇ ਇਸ ਕਰਕੇ ਮੇਰੇ ਖਿਆਲ ਨਾਲ ਬਾਹਰ ਜ਼ਿਆਦਾ ਵਧੀਆ ਹੈ। ਕਿਉਂਕਿ ਫੋਰਨ ਕੰਟਰੀਜ਼ ਸਾਰੀਆਂ ਫੈਸਿਲਿਟੀਜ਼ ਪ੍ਰੋਵਾਈਡ ਕਰਦੇ ਨੇ ਸਟੂਡੈਂਟਸ ਨੂੰ, ਉਹਨਾਂ ਨੂੰ ਸਾਰੀਆਂ ਜੌਬਸ ਪ੍ਰੋਵਾਈਡ ਕਰਦੇ ਨੇ ਅਕੋਰਡਿੰਗ ਟੂ देयर ਨੀਡਸ ਐਂਡ ਵਾਂਟਸ। ਸੋ ਮੈਂ ਇਸ ਕਰਕੇ ਇੰਡੀਆ 'ਚ ਨਹੀਂ ਰਹਿਣਾ ਚਾਹੁੰਦੀ। ਇੱਥੇ ਕੰਮ ਬਹੁਤ ਜ਼ਿਆਦਾ ਲਿਆ ਜਾਂਦਾ ਤੇ ਆਮਦਨ ਬਹੁਤ ਘੱਟ ਹੈ। ਉੱਥੇ ਜਿੰਨਾ ਜ਼ਿਆਦਾ ਕੰਮ ਕਰੋਗੇ ਇੰਨੀ ਜ਼ਿਆਦਾ ਆਮਦਨ ਮਿਲੇਗੀ, ਤੇ ਇੱਥੇ ਕੋਈ ਆਮਦਨ ਜ਼ਿਆਦਾ ਖਾਸ ਨਹੀਂ, ਕੰਮ ਬਹੁਤ ਲਿਆ ਜਾਂਦਾ। ਸਟੂਡੈਂਟ ਇਹੀ ਪ੍ਰੈਫਰ ਕਰ ਰਹੇ ਆ ਕਿ +2 ਤੋਂ ਬਾਅਦ ਜਿਹੜੀ ਉਹ ਸਟੱਡੀ ਕਰਨੀ ਚਾਹੁੰਦੇ ਆ ਬਾਹਰ ਜਾ ਕੇ, ਕਿਉਂਕਿ ਜੇ ਇੱਧਰ ਜਿਹੜਾ ਵੀ ਉਹ ਕੋਰਸ ਲੈਂਦੇ ਨੇ ਉਹਦੇ ਵਿੱਚ ਉਹਨਾਂ ਨੂੰ ਇੰਨਾ ਬੈਨੀਫਿਟ ਨਹੀਂ ਹੁੰਦਾ ਹੈਗਾ, ਕਿਉਂਕਿ ਜੇ ਇੱਧਰ ਕੋਈ ਵੀ ਸਟੱਡੀ ਕਰਦੇ ਆ ਤੇ ਉਹਨਾਂ ਨੂੰ ਉਹਦੇ ਰਿਲੇਟਡ ਕੋਈ ਜੋਬ ਨਹੀਂ ਮਿਲ ਰਹੀ ਹੈਗੀ। ਜੇ ਜੋਬ ਮਿਲ ਵੀ ਜਾਂਦੀ ਆ ਤੇ ਉਹਨਾਂ ਨੂੰ ਉਨੀ ਸੈਲਰੀ ਨਹੀਂ ਮਿਲਦੀ ਹੈਗੀ, ਜਿਹਦੇ ਕਰਕੇ ਮੋਸਟਲੀ ਸਟੂਡੈਂਟ ਇਹੀ ਪ੍ਰੈਫਰ ਕਰਦੇ ਪਏ ਅਸੀਂ ਬਾਹਰ ਜਾ ਕੇ ਮਤਲਬ ਕਿ ਸਟੱਡੀ ਕਰੀਏ ਤੇ ਉਹਦੇ ਬੇਸ 'ਤੇ ਅਸੀਂ ਮਤਲਬ ਕਿ ਪੈਸਾ ਕਮਾ ਸਕਦੇ ਹਾਂ। ਸੋ ਸੈਕਿੰਡ ਇਹ ਆ ਕਿ ਜੇ ਜਿੱਦਾਂ ਕਿਸੇ ਬੱਚੇ ਨੇ ਨਰਸਿੰਗ ਕੀਤੀ ਆ, ਜੇ ਉਹ ਨਰਸਿੰਗ ਕਰ ਰਿਹਾ ਆ ਤੇ ਉਹਦੀਆਂ ਵੈਕੈਂਸੀ ਜਲਦੀ ਨਹੀਂ ਨਿਕਲਦੀਆਂ ਹੈਗੀਆਂ, ਜਿਵੇਂ 4-5 ਸਾਲ ਬਾਅਦ ਨਿਕਲ ਰਹੀਆਂ ਨੇ। ਜੇ ਉਹ ਨਿਕਲਣੇ ਤੇ ਮੋਸਟਲੀ ਉਹਨਾਂ ਦੀ ਸੈਲਰੀ 10,000 ਤੱਕ ਹੁੰਦੀ ਆ, ਜਿਹਦੇ ਕਰਕੇ ਉਹਨਾਂ ਦਾ ਮਤਲਬ ਕਿ ਪ੍ਰੋਪਰ ਕੰਮ ਨਹੀਂ ਹੁੰਦਾ ਹੈਗਾ। ਤਾਂ ਮੋਸਟਲੀ ਇਹੀ ਪ੍ਰੈਫਰ ਹੁੰਦੇ ਵੀ ਉਹ ਬਾਹਰ ਜਾਣਾ ਚਾਹੁੰਦੇ। ਪੰਜਾਬ ਦਾ ਸ਼ਾਇਦ ਹੀ ਕੋਈ ਅਜਿਹਾ ਕੋਨਾ ਬੱਚਾ ਹੋਵੇ ਜਿੱਥੇ ਆਈਲੈਟਸ ਕਰਕੇ ਬਾਹਰ ਜਾਣ ਦੇ ਕ੍ਰੇਜ਼ ਵਾਲਾ ਵਿਦਿਆਰਥੀ ਨਾ ਮਿਲੇ। ਪਿਛਲੇ 5 ਸਾਲਾਂ ਦੌਰਾਨ ਵੱਡੀ ਗਿਣਤੀ ਵਿੱਚ ਬੱਚੇ ਯੂਰਪ ਦੇ ਦੇਸ਼ਾਂ ਵਿੱਚ ਪਹੁੰਚੇ ਅਤੇ ਵਿਦੇਸ਼ ਪਹੁੰਚ ਕੇ ਵਿਦੇਸ਼ਾਂ ਦੇ ਹੀ ਬਣ ਕੇ ਬੈਠ ਗਏ। ਹੁਣ ਉਹਨਾਂ ਦੇ ਲਈ ਪੰਜਾਬ ਬੇਗਾਨਾ ਬਣ ਗਿਆ। ਮਾਂ ਬੋਲੀ ਉਧਾਰ ਤੇ ਲਏ ਬੋਲ ਬਣ ਗਈ ਹੈ। ਪਹਿਰਾਵਾ ਪਛਾਣ ਗੁਆਉਣ ਲੱਗਿਆ ਪੰਜਾਬੀਅਤ ਦੀ। ਪਰ ਵਿਦੇਸ਼ ਜਾਣ ਦਾ ਰੁਝਾਨ ਘਟਣ ਦੀ ਬਜਾਏ ਲਗਾਤਾਰ ਵੱਧਦਾ ਜਾ ਰਿਹਾ ਹੈ। ਪੰਜਾਬੀਆਂ ਵਿੱਚ ਕਰੇਜ਼ ਵੱਧ ਗਿਆ ਜਹਾਜ਼ ਦੀ ਉਡਾਰੀ ਲਾਉਣ ਦਾ ਤੇ ਬਾਹਰ ਜਾਣ ਦਾ। ਆਏ ਦਿਨ ਛੋਟੇ ਕਸਬਿਆਂ ਛੋਟੇ ਪਿੰਡਾਂ ਚੋਂ ਬੱਚੇ ਉੱਠ ਕੇ ਚੰਡੀਗੜ੍ਹ ਆ ਰਹੇ ਨੇ, ਇੱਥੇ ਆਈਲੈਟਸ ਦੀ ਤਿਆਰੀ ਕਰ ਰਹੇ ਨੇ। ਔਰ ਅਸੀਂ ਦੇਖਦੇ ਹਾਂ ਕਿ ਹਰ ਦਿਨ ਦਿੱਲੀ ਏਅਰਪੋਰਟ ਤੇ ਲਾਈਨਾਂ ਲੱਗੀਆਂ ਹੁੰਦੀਆਂ ਨੇ। ਕੋਈ ਬੱਚਾ ਆਸਟ੍ਰੇਲੀਆ ਜਾ ਰਿਹਾ, UK ਜਾ ਰਿਹਾ, ਕੈਨੇਡਾ ਜਾ ਰਿਹਾ, ਨਿਊਜ਼ੀਲੈਂਡ ਜਾ ਰਿਹਾ, ਪਰ ਇੱਥੇ ਇੰਡੀਆ ਵਿੱਚ ਕੋਈ ਰਹਿਣਾ ਪਸੰਦ ਨਹੀਂ ਕਰਦਾ ਗਾ। ਜੇਕਰ ਗੱਲ UP ਔਰ ਬਿਹਾਰ ਦੀ ਕਰੀਏ ਤਾਂ ਉੱਥੇ IAS ਦੀ ਤਿਆਰੀ ਕੀਤੀ ਜਾਂਦੀ ਆ, ਉੱਥੇ NDRS ਦੀ ਤਿਆਰੀ ਕੀਤੀ, ਉੱਥੇ ਆਰਮੀ ਵਿੱਚ ਜਾਣ ਦੀ ਤਿਆਰੀ ਕੀਤੀ ਜਾਂਦੀ ਆ, ਉੱਥੇ ਸਿਵਲ ਐਗਜ਼ਾਮ ਕਲੀਅਰ ਕਰਨ ਨੂੰ ਲੈ ਕੇ ਤਿਆਰੀ ਕੀਤੀ ਜਾਂਦੀ ਆ। ਬੱਚੇ ਆਫਟਰ +2 ਮਿਹਨਤ ਕਰਦੇ ਨੇ ਕਿ ਅਸੀਂ ਦੇਸ਼ ਲਈ ਕੁਝ ਕਰ ਸਕੀਏ, ਦੇਸ਼ ਦੇ ਕਿਸੇ ਵੱਡੇ ਵਕਾਰੀ ਅਹੁਦੇ 'ਤੇ ਬੈਠ ਸਕੀਏ। ਪਰ ਪੰਜਾਬ ਦੀ ਇੱਕ ਬਦਕਿਸਮਤੀ ਆ, ਬਦਤਰ ਹਾਲਾਤ ਨੇ ਕਿ ਪੰਜਾਬ ਦੀ ਅੱਜ ਜਵਾਨੀ ਜਿਹੜੀ ਹੈਗੀ ਆ ਉਹ ਲੀਹੋਂ ਲੈ ਚੁੱਕੀ ਆ। ਮੀਡੀਆ ਰਿਪੋਰਟਾਂ ਦੇ ਅਨੁਸਾਰ ਆਉਣ ਵਾਲੇ 6 ਸਾਲਾਂ ਦੇ ਵਿੱਚ 18 ਤੋਂ 26 ਸਾਲ ਦਾ ਬੱਚਾ ਪੰਜਾਬ ਵਿੱਚ ਨਜ਼ਰ ਨਹੀਂ ਆਵੇਗਾ। ਇਸ ਲਈ ਜ਼ਰੂਰੀ ਹੈ ਕਿ ਮਾਂ ਪਿਓ ਨੂੰ ਵੀ ਔਰ ਇਹਨਾਂ ਬੱਚਿਆਂ ਨੂੰ ਵੀ ਚਾਹੀਦਾ ਕਿ ਉਹ ਚੰਗੀ ਗਾਈਡੈਂਸ ਔਰ ਚੰਗੀ ਸਟੱਡੀ ਕਰਕੇ ਇੱਥੋਂ ਹੀ ਵਕਾਰੀ ਪੇਪਰ ਨੂੰ ਕਲੀਅਰ ਕਰਨ ਔਰ ਚੰਗੇ ਅਹੁਦਿਆਂ 'ਤੇ ਬੈਠਣ, ਤਾਂ ਜੋ ਪੰਜਾਬ ਅਤੇ ਦੇਸ਼ ਇੱਕ ਤਰੱਕੀ ਵੱਲ ਵਧ ਸਕੇ। ਕੈਮਰਾਮੈਨ ਬਣੀ ਚੌਹਾਨ ਦੇ ਨਾਲ ਰਮਨਦੀਪ, PTC ਨਿਊਜ਼, ਚੰਡੀਗੜ੍ਹ। ਜਦੋਂ ਇਸ ਸਾਰੇ ਮਾਮਲੇ ਦੀ ਅਸੀਂ ਤਹਿ ਤੱਕ ਜਾਣ ਦੀ ਕੋਸ਼ਿਸ਼ ਕੀਤੀ, ਕੋਖ ਕੀਤੀ, ਤਾਂ ਇੱਕ ਬੜਾ ਹੈਰਾਨ ਕਰਨ ਵਾਲਾ ਤੱਥ ਸਾਹਮਣੇ ਆਇਆ ਕਿ ਬੱਚਿਆਂ ਦੇ ਵਿੱਚ ਰੁਝਾਨ ਤਾਂ ਹੈ ਹੀ ਆ, ਪਰ ਮਾਪੇ ਵੀ ਚਾਹੁੰਦੇ ਨੇ ਕਿ ਸਾਡੇ ਬੱਚੇ ਬਾਹਰ ਜਾ ਕੇ ਵਸਣ, ਉੱਥੇ ਜੌਬਸ ਕਰਨ, ਉੱਥੇ ਨੌਕਰੀਆਂ ਕਰਨ, ਕੰਮ ਧੰਦਾ ਕਰਨ, ਇੱਥੋਂ ਚਲੇ ਜਾਣ। ਉਹਦਾ ਇੱਕ ਵੱਡਾ ਕਾਰਨ ਹੈ ਨਸ਼ੇ। ਹਰ ਮਾਂ ਬਾਪ ਇਹ ਡਰਦਾ ਹੈ ਕਿ ਜੋ ਪੰਜਾਬ ਦੇ ਹਾਲਾਤ ਬਣੇ ਹੋਏ ਨੇ, ਆਏ ਦਿਨ ਨਸ਼ਿਆਂ ਦੇ ਨਾਲ ਮੌਤਾਂ ਹੋ ਰਹੀਆਂ ਨੇ, ਕਿ ਸਾਡੇ ਬੱਚੇ ਕਿਤੇ ਨਸ਼ੇ ਦੀ ਲੱਤ ਦੇ ਵਿੱਚ ਫਸ ਨਾ ਜਾਣ। ਇਸੇ ਕਰਕੇ ਉਹ ਨਸ਼ੇ ਦੇ ਆਦੀ ਬਣਨ ਤੋਂ ਪਹਿਲਾਂ ਇਹ ਮੁਲਕ ਛੱਡ ਜਾਣ, ਪੰਜਾਬ ਛੱਡ ਜਾਣ। ਇਸ ਤੋਂ ਵੱਡੀ ਤਰਾਸਦੀ ਕੀ ਹੋ ਸਕਦੀ ਹੈ ਕਿ ਇੱਕ ਮਾਂ ਬਾਪ ਨੂੰ ਆਪਣੇ ਦਿਲ ਤੇ ਪੱਥਰ ਰੱਖ ਕੇ ਸਿਰਫ ਆਪਣੀ ਔਲਾਦ ਨੂੰ ਇਸ ਕਰਕੇ ਬਾਹਰ ਭੇਜਣਾ ਪੈ ਰਿਹਾ ਕਿ ਸਾਡਾ ਬੱਚਾ ਨਸ਼ੇ ਦੇ ਵਿੱਚ ਇੱਥੇ ਗਰਕ ਨਾ ਜਾਵੇ। ਪੰਜਾਬੀਆਂ ਦੇ ਵਿੱਚ ਵਿਦੇਸ਼ੀ ਧਰਤੀ ਤੇ ਜਾ ਕੇ ਵਸਣ ਦਾ ਕਰੇਜ਼ ਦਿਨ ਬ ਦਿਨ ਵੱਧਦਾ ਜਾ ਰਿਹਾ। ਹਰ ਰੋਜ਼ ਪਰਿਵਾਰਾਂ ਤੇ ਪਰਿਵਾਰ ਪਰਦੇਸੀ ਬਣ ਰਹੇ ਨੇ। ਇੱਕ ਹਕੀਕੀ ਪਹਿਲੂ ਇਹ ਵੀ ਹੈ ਕਿ ਬਹੁਤੇ ਨੌਜਵਾਨ ਪੰਜਾਬ ਦੀਆਂ ਧੀਆਂ ਤੇ ਲੜ ਲੱਗ ਕੇ ਬਾਹਰ ਗਏ ਨੇ। ਕੁਝ ਮਾਪੇ ਬੱਚਿਆਂ ਦੀ ਮਜਬੂਰੀ ਅੱਗੇ ਬੇਬਸ ਨੇ ਤੇ ਕੁਝ ਮਾਪੇ ਖੁਦ ਹੀ ਚਾਹਤ ਰੱਖਦੇ ਨੇ ਵਿਦੇਸ਼ ਜਾ ਕੇ ਵਸਣ ਦੀ। ਪੜ੍ਹਾਈ ਦੇ ਲਈ ਲੋਨ ਕਿਸੇ ਵੀ ਤਰ੍ਹਾਂ ਮਿਲੇ,
ਮਾਪੇ ਤਿਆਰ ਨੇ, ਕੋਈ ਵੀ ਪਾਪੜ ਵੇਲ ਨਾ ਪਵੇ, ਮਾਪੇ ਹਰ ਕਸੌਟੀ ਨੂੰ ਪੂਰਾ ਕਰ ਰਹੇ ਨੇ। ਮਾਪਿਆਂ ਦੀ ਇਹ ਧਾਰਨਾ ਬਣਦੀ ਜਾ ਰਹੀ ਹੈ ਕਿ ਵਿਦੇਸ਼ੀ ਧਰਤੀ ਤੇ ਹੀ ਉਹਨਾਂ ਦੇ ਬੱਚਿਆਂ ਦਾ ਭਵਿੱਖ ਸੁਰੱਖਿਅਤ ਹੈ। ਆਈਲੈਟਸ ਕਰਵਾ ਰਹੇ ਹੋ, ਕੀ ਕਹਿਣਾ, ਕਿਉਂ ਕਰਵਾ ਰਹੇ ਹੋ ਆਈਲੈਟਸ? ਕਿਆ ਸੋਚ ਕੇ ਤੁਸੀਂ ਇਹਨੂੰ ਬਾਹਰ ਭੇਜ ਰਹੇ ਹੋ? ਹਾਂਜੀ, ਮੇਰੇ ਬੇਟੇ ਨੇ ਇੰਜੀਨੀਅਰਿੰਗ ਕੀਤੀ ਹੋਈ ਹੈ ਮਕੈਨੀਕਲ ਦੀ। ਉਹ ਜੌਬ ਕੀਤੀ ਉਹਨੇ ਹੀਰੋ ਵਾਲਿਆਂ ਦੇ, ਪਰ ਉਹਨਾਂ ਨੂੰ ਉਹਨੂੰ ਇੰਨੀ ਸੈਲਰੀ ਨਹੀਂ ਮਿਲੀ, ਇਸ ਕਰਕੇ ਅਸੀਂ ਆਈਲੈਟਸ ਕਰਵਾ ਕੇ ਤੇ ਬਾਹਰ ਭੇਜਾਂ। ਪੰਜਾਬ ਵਿੱਚ ਓਪਰਚੁਨਿਟੀ ਘੱਟ ਹੈਗੀ ਹੈ ਅਤੇ ਨਸ਼ਿਆਂ ਦਾ ਰੁਝਾਨ ਬੱਚਿਆਂ ਦਾ ਜ਼ਿਆਦਾ। ਅਸੀਂ ਇਸ ਕਰਕੇ ਚਾਹੁੰਦੇ ਹਾਂ ਸਾਡਾ ਬੱਚਾ ਇਸ ਤੋਂ ਦੂਰ ਹੀ ਰਹੇ। ਨੌਕਰੀਆਂ ਮਿਲਣ ਤਾਂ ਫਿਰ ਜਾਣ ਦੀ ਲੋੜ ਹੀ ਨਹੀਂ ਇਹਨਾਂ ਨੂੰ, ਤੇ ਆਪਣੇ ਪਰਿਵਾਰ ਨੂੰ ਦੇਖਣ ਸਭ ਕੁਝ। ਚਲੋ ਕੁਝ ਬੱਚਿਆਂ ਦਾ ਸ਼ੌਂਕ ਵੀ ਹੁੰਦਾ ਆ ਵੀ ਚਲੋ ਬਾਹਰੋਂ ਘੁੰਮ ਕੇ ਆਈਏ ਜਾਂ ਦੇਖ ਕੇ ਆਈਏ, ਪਰ ਪੂਰੇ ਸਾਰੇ ਜਿਹੜੇ ਮਾਪਿਓ ਇਹਨਾਂ ਦੀ ਖੁਆਇਸ਼ ਪੂਰੀ ਨਹੀਂ ਕਰ ਸਕਦੇ ਹੈਗੇ। ਫਿਰ ਵੀ ਚਲੋ ਜ਼ੋਰ ਲਾਉਂਦੇ ਆ ਵੀ ਚੱਲ ਆਪਣੇ ਬੱਚਿਆਂ ਦੀ ਕੋਈ ਜ਼ਿੰਦਗੀ ਦੇਖ ਲਈਏ। ਐਜ਼ ਅ ਪੇਰੈਂਟ ਮੈਨੂੰ ਲੱਗਦਾ ਕਿ ਬਾਹਰ ਜਾਣਾ ਹੀ ਇੱਕ ਆਪਸ਼ਨ ਜਿਹੜੀ ਉਹ ਰਹਿ ਗਈ ਲੱਗਦਾ। ਜਿਵੇਂ ਆਲੇ ਦੁਆਲੇ ਅਸੀਂ ਦੇਖਦੇ ਹਾਂ ਕਿ ਕੋਈ ਓਪਰਚੁਨਿਟੀ ਨਹੀਂ ਹੈਗੀ ਸਾਡੇ ਆਪਣੇ ਬੱਚੇ ਵਾਸਤੇ। ਜੇ ਅਸੀਂ ਵੇਖੀਏ ਕਿ ਇੰਨਾ ਪੜ੍ਹ ਲਿਖ ਕੇ ਜੇ 5-6 ਲੱਖ 7 ਲੱਖ ਰੁਪਇਆ ਉਹ ਖਰਚਦਾ ਆਪਣੀ ਡਿਗਰੀ ਤੇ, ਉਸ ਤੋਂ ਬਾਅਦ ਉਹਦੇ ਲਈ ਕੋਈ ਓਪਰਚੁਨਿਟੀ ਨਹੀਂ ਨਜ਼ਰ ਆਉਂਦੀ। ਤੇ ਮੇਰੇ ਖਿਆਲ ਨਾਲ ਜਿਹੜੀ ਇਹ ਕਹਿ ਲਓ ਕਿ ਇੰਪਲੋਇਮੈਂਟ ਦਾ ਜਿਹੜਾ ਇਸ਼ੂ ਹੈ ਇਹ ਬਹੁਤ ਵੱਡਾ ਇਸ਼ੂ ਹੈ। ਦੂਸਰਾ ਇੱਕ ਕਾਰਨ ਮੇਰੇ ਦਿਮਾਗ 'ਚ ਇਹ ਵੀ ਮੈਨੂੰ ਲੱਗਦਾ ਹੈ ਕਿ ਜਿਵੇਂ ਇੱਕ ਸੋਸਾਇਟੀ ਜਿਹੜੀ ਹੈ ਸਾਨੂੰ ਸਾਡੇ ਬੱਚਿਆਂ ਨੂੰ ਜਿਹੜੀ ਉਹ ਚੰਗੀ ਨਹੀਂ ਮਿਲ ਰਹੀ। ਨਸ਼ਾ ਬਹੁਤ ਜ਼ਿਆਦਾ ਹੈ, ਅਸੀਂ ਆਲੇ ਦੁਆਲੇ ਵੇਖਦੇ ਹਾਂ ਜਿਹੜੇ ਯੰਗਸਟਰ ਸਾਰੇ ਜਿਹੜੇ ਨਸ਼ੇ ਦੇ ਵਿੱਚ ਧੁੱਤ ਨੇ। ਤੇ ਇਸ ਤਰ੍ਹਾਂ ਮਤਲਬ ਜਿਵੇਂ ਖੁਦ ਡਰ ਲੱਗਦਾ ਕਿ ਸਾਡੇ ਬੱਚੇ ਵੀ ਕੱਲ੍ਹ ਨੂੰ ਇਹਦੇ ਵਿੱਚ ਹੀ ਮਿਲਣਗੇ। ਤੇ ਉਸ ਚੀਜ਼ ਨੂੰ ਡਰ ਤੋਂ ਮਤਲਬ ਬਾਹਰ ਨਿਕਲਣ ਵਾਸਤੇ ਬੰਦਾ ਇੱਕ ਆਪਸ਼ਨ ਲੱਗਦੀ ਹੈ ਕਿ ਜੀ ਬੱਚੇ ਨੂੰ ਬਾਹਰ ਭੇਜ ਦਿੱਤਾ ਜਾਵੇ ਤੇ ਸ਼ਾਇਦ ਸਹੀ ਰਹੇਗਾ ਮੇਰੇ ਖਿਆਲ ਨਾਲ। ਕੁਝ ਮਾਪੇ ਬੱਚਿਆਂ ਨੂੰ ਵਿਦੇਸ਼ ਭੇਜਣ ਪਿੱਛੇ ਖੁਆਇਸ਼ਾਂ ਨੂੰ ਵੱਡਾ ਕਾਰਨ ਮੰਨਦੇ ਨੇ ਤੇ ਕੁਝ ਦਾ ਤਰਕ ਹੈ ਕਿ ਵੱਧਦੀ ਮਹਿੰਗਾਈ ਤੇ ਰੋਜ਼ਗਾਰ ਦੇ ਸਾਧਨਾਂ ਦੀ ਕਮੀ ਦੇ ਚਲਦਿਆਂ ਉਹਨਾਂ ਦੇ ਸੁਪਨੇ ਸਿਰਫ ਵਿਦੇਸ਼ਾਂ 'ਚ ਹੀ ਪੂਰੇ ਹੋ ਸਕਦੇ ਨੇ, ਜਿਸ ਦੇ ਲਈ ਉਹਨਾਂ ਵੱਲੋਂ ਬੱਚਿਆਂ ਨੂੰ ਬਾਹਰ ਭੇਜਿਆ ਜਾ ਰਿਹਾ ਹੈ। ਇੱਥੇ ਪੰਜਾਬ ਦੇ ਵਿੱਚ ਖਾਸ ਕਰਕੇ ਅੰਤਰਰਾਸ਼ਟਰੀ ਪੱਧਰ ਤੇ ਕੋਈ ਵੀ ਇਹੋ ਜਿਹੀਆਂ ਪਲੇਸਮੈਂਟ ਸਰਵਿਸਿਜ਼ ਨਹੀਂ ਹੈਗੀਆਂ ਜਿਹੜੀਆਂ ਉਹਨਾਂ ਨੂੰ ਉਹਨਾਂ ਦੇ ਮਿਆਰ ਦੇ ਮੁਤਾਬਕ ਰੁਜ਼ਗਾਰ ਦਵਾ ਸਕਣ। ਕੋਈ ਟ੍ਰੇਨਿੰਗ ਇੰਸਟੀਟਿਊਸ਼ਨਸ ਨਹੀਂ ਹੈਗੀਆਂ। ਸਰਕਾਰ ਵੱਲੋਂ ਜਿਹੜੇ ਉਪਰਾਲੇ ਕੀਤੇ ਜਾਂਦੇ ਉਹ ਬਹੁਤ ਘੱਟ ਆ। ਜੇ ਕਿਹਾ ਜਾਵੇ ਕਿ ਖਾਸ ਕਰਕੇ ਸਰਹੱਦੀ ਖੇਤਰਾਂ ਵਾਸਤੇ ਨਾ ਮਾਤਰ ਹਨ ਤਾਂ ਇਹ 'ਚ ਕੋਈ ਅਤਕਥਨੀ ਨਹੀਂ ਹੋਏਗੀ। ਜਦੋਂ ਜਿਹੜੇ ਨਸ਼ਿਆਂ ਤੋਂ ਬਚਣ ਵਾਸਤੇ ਹੀ ਪੇਰੈਂਟਸ ਪਹਿਲਾਂ ਤੇ ਇਸ ਗੱਲੋਂ ਆਉਂਦੇ ਕਿ ਸਾਡਾ ਬੱਚਾ ਇਕੱਲਾ ਜਾਂ ਦੋ ਬੱਚੇ ਆ, ਅੱਜ ਕੱਲ੍ਹ ਦੇ ਜਨਰੇਸ਼ਨ ਜਿਹੜੀ ਆ ਇਸ ਗੱਲ ਨੂੰ ਸੋਚ ਰਹੀ ਆ ਔਰ ਉਹਦੇ ਮੁਤਾਬਕ ਉਹ ਚਾਹੁੰਦੇ ਕਿ ਸਾਡਾ ਬੱਚਾ ਬਚ ਜਾਏ। ਦੂਜੇ ਨੰਬਰ ਤੇ ਗਵਰਨਮੈਂਟ ਨੂੰ ਚਾਹੀਦਾ ਆ ਕਿ ਉਹਨਾਂ ਨੂੰ ਇਹੋ ਜਿਹੀਆਂ ਟ੍ਰੇਨਿੰਗ ਜਿਹੜੀਆਂ ਫ੍ਰੀ ਆਫ ਕਾਸਟ ਦੇਣ ਜਿਹਨੂੰ ਤੁਰੰਤ ਜਿਹੜੀ ਆ ਉਹ ਜੌਬ ਲੈ ਸਕਣ, ਕਿਉਂਕਿ ਪੰਜਾਬ ਖਤਮ ਹੋ ਚੁੱਕਿਆ ਜੀ। ਇਹ ਆਉਣ ਵਾਲੇ 6 ਸਾਲ ਦੇ ਅੰਦਰ ਪੰਜਾਬ ਸਾਰਾ ਖਤਮ ਹੈ ਜੀ। ਕੋਈ ਬੱਚਾ ਇੱਥੇ ਦਿਖੇਗਾ ਨਹੀਂ ਤੁਹਾਨੂੰ ਬਾਹਰ। ਸਾਰਾ ਯੰਗ ਬਲੱਡ ਬਾਹਰ ਜਾ ਚੁੱਕਿਆ। ਪਹਿਲਾਂ ਟੈਰਰਿਜ਼ਮ ਖਾ ਗਿਆ ਪੰਜਾਬ ਨੂੰ, ਹੁਣ ਡਰੱਗਸ ਖਾ ਗਿਆ ਪੰਜਾਬ ਨੂੰ, ਤੇ ਗੈਂਗਸਟਰਵਾਦ ਖਾ ਗਿਆ ਪੰਜਾਬ ਨੂੰ ਜੀ। ਮੇਨ ਚੀਜ਼ ਮੁੱਦੇ ਦੀ ਗੱਲ ਇਹ ਹੈ। ਹੁਣ ਲੱਗਦਾ ਵੀ ਹੁਣ ਆਈਲੈਟਸ ਖਾ ਗਿਆ ਪੰਜਾਬ ਨੂੰ। ਆਈਲੈਟਸ ਤਾਂ ਬਿਲਕੁਲ ਖਾ ਹੀ ਰਿਹਾ ਜੀ ਪੰਜਾਬ ਨੂੰ। ਸਾਰੇ ਕਿਹੜਾ ਬੱਚਾ ਹੈਗਾ ਜਿਹੜਾ ਬਾਹਰ ਨਹੀਂ ਜਾਣਾ ਚਾਹੁੰਦਾ ਇਸ ਟਾਈਮ 'ਤੇ। ਸੋ ਇਹ ਉਹ ਮਾਪੇ ਨੇ ਜੋ ਹਰ ਹੀਲੇ ਆਪਣੇ ਲਾਡਲਿਆਂ ਨੂੰ ਵਿਦੇਸ਼ ਭੇਜਣਾ ਚਾਹੁੰਦੇ ਨੇ ਤੇ ਵਿਦੇਸ਼ ਦੇ ਵਿੱਚ ਹੀ ਬੱਚਿਆਂ ਦੇ ਭਵਿੱਖ ਨੂੰ ਸੁਰੱਖਿਅਤ ਮੰਨ ਰਹੇ ਨੇ। ਤੁਹਾਡੀ ਬਾਤ ਸਾਡੀ ਖਾਸ ਪੇਸ਼ਕਸ਼ ਚੱਲਦੀ ਰਹੇਗੀ। ਛੋਟੇ ਜਿਹੇ ਬ੍ਰੇਕ ਲਈ ਰੁਕ ਰਹੇ ਹਾਂ। ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਸਾਡਾ ਖਾਸ ਪ੍ਰੋਗਰਾਮ ਤੁਹਾਡੀ ਬਾਤ ਜਾਰੀ ਹੈ। ਅੱਜ ਅਸੀਂ ਕਰ ਰਹੇ ਹਾਂ ਗੱਲਬਾਤ ਪੰਜਾਬ ਦੇ ਨੌਜਵਾਨੀ ਦੀ, ਜਿਹੜੀ ਪ੍ਰਵਾਜ਼ ਰੁਕ ਨਹੀਂ ਰਹੀ। ਜਿਹੜੇ ਬਾਹਰ ਜਾਣ ਦੇ ਚਾਹਵਾਨ ਨੇ ਉਹ ਵੀ ਵੱਧਦੇ ਜਾ ਰਹੇ ਨੇ ਤੇ ਤੜਾ ਤੜ ਨੌਜਵਾਨ ਜਿਹੜੇ ਨੇ ਉਹ ਬਾਹਰ ਜਾ ਰਹੇ ਨੇ। ਸਾਡੀ ਪੜਤਾਲ ਦੇ ਵਿੱਚ ਇਹ ਵੀ ਸਾਹਮਣੇ ਆਇਆ ਕਿ ਨੌਜਵਾਨਾਂ ਨੂੰ ਬਾਹਰ ਭੇਜਣ ਦੇ ਰੁਝਾਨ ਦੇ ਵਿੱਚ ਕਈ ਲੋਕਾਂ ਦੀ ਚਾਂਦੀ ਹੋ ਰਹੀ ਹੈ। ਉਹਨਾਂ ਦੇ ਵਿੱਚ ਸਭ ਤੋਂ ਵੱਡੇ ਨੇ ਇਹ ਸੈਂਟਰ ਜਿਹੜੇ ਚੱਲਦੇ ਨੇ, ਬਾਹਰ ਜਾਣ ਦੀ ਟ੍ਰੇਨਿੰਗ ਦਿੰਦੇ ਨੇ, ਔਰ ਦੂਜੇ ਨੇ ਜਿਹੜੇ ਬਾਹਰ ਭੇਜਣ ਦੇ ਲਈ ਇਹ ਕਹਿੰਦੇ ਨੇ, ਇਹ ਦਾਅਵਾ ਕਰਦੇ ਨੇ ਕਿ ਅਸੀਂ ਤੁਹਾਨੂੰ ਵੀਜ਼ਾ ਲਗਵਾ ਦਾਂਗੇ, ਤੁਹਾਡੇ ਬੈਂਡ ਘੱਟ ਨੇ ਤਾਂ ਵੀ ਤੁਸੀਂ ਕੈਨੇਡਾ, ਅਮਰੀਕਾ ਔਰ ਆਸਟ੍ਰੇਲੀਆ ਵਰਗੇ ਸ਼ਹਿਰਾਂ ਦੇ ਵਿੱਚ ਜਾ ਕੇ, ਮੁਲਕਾਂ ਦੇ ਵਿੱਚ ਜਾ ਕੇ ਤੁਸੀਂ ਪੜ੍ਹਾਈ ਕਰ ਸਕਦੇ ਹੋ। ਇੱਥੋਂ ਤੱਕ ਕਿ ਇਹ ਵੀ ਕਿਹਾ ਗਿਆ ਕਿ ਪਹਿਲਾਂ ਜਿਹੜੇ 1-2 ਬੈਚ ਚੱਲਦੇ ਸੀ ਸੈਂਟਰਾਂ ਦੇ ਵਿੱਚ, ਹੁਣ 5-5, 6-6 ਬੈਚ ਲਗਾਉਣੇ ਪੈ ਰਹੇ ਨੇ ਕਿਉਂਕਿ ਨੌਜਵਾਨਾਂ ਦੀ ਗਿਣਤੀ ਇੰਨੇ ਵੱਡੇ ਪੱਧਰ ਤੇ ਵੱਧ ਗਈ ਹੈ। ਤੁਸੀਂ ਇੱਥੋਂ ਅੰਦਾਜ਼ਾ ਲਾਓ ਕਿ ਕਿੰਨੀ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਪੰਜਾਬ ਦਾ ਬਾਹਰ ਜਾਣ ਦਾ ਚਾਹਵਾਨ ਹੈ। ਉਹ ਬਾਹਰ ਜਾ ਕੇ ਸੈਟਲ ਹੁੰਦਾ ਹੈ, ਨਹੀਂ ਹੁੰਦਾ, ਬਾਹਰ ਜਾ ਵੀ ਸਕਦਾ, ਨਹੀਂ ਜਾ ਸਕਦਾ,
ਇਹ ਗਰੰਟੀ ਨਾਲ ਨਹੀਂ ਕਿਹਾ ਜਾ ਸਕਦਾ, ਪਰ ਇਹਨਾਂ ਹਾਲਾਤਾਂ ਦੇ ਵਿੱਚ ਕੁਝ ਲੋਕਾਂ ਦੀ ਚਾਂਦੀ ਜ਼ਰੂਰ ਹੋ ਰਹੀ ਹੈ, ਜਿਨ੍ਹਾਂ ਦੇ ਵਿੱਚ ਏਜੰਟ ਨੇ ਤੇ ਜਿਨ੍ਹਾਂ ਦੇ ਵਿੱਚ ਇਹ ਸੈਂਟਰ ਨੇ। ਬਾਹਰ ਕਿਉਂ ਜਾਣਾ ਚਾਹੁੰਦੇ, ਲਾਈਕ ਦੇ ਹੈਵ ਬੈਟਰ ਲਿਵਿੰਗ ਕੰਡੀਸ਼ਨਸ ਦੇਅਰ, ਤੇ ਉਹਨਾਂ ਦਾ ਕਹਿਣਾ ਹੈ ਕਿ ਉੱਥੇ ਉਹ ਘੰਟਿਆਂ ਨਾਲ ਉਹਨਾਂ ਨੂੰ ਵੇਜਸ ਮਿਲਦੇ ਨੇ, ਤੇ ਇੱਥੇ ਸਾਰਾ ਦਿਨ ਕੰਮ ਕਰਕੇ ਵੀ ਉਹਨਾਂ ਲਾਈਕ ਦੇ ਡੋਂਟ ਗੈਟ ਮਨੀ ਆਊਟ ਆਫ ਇਟ, ਤਾਂ ਪ੍ਰੈਫਰ ਕਰਦੇ ਕਿ ਬੇਸਿਕਲੀ ਅਸੀਂ ਬਾਹਰ ਜਾ ਕੇ ਪੜ੍ਹੀਏ। ਕੋਈ ਦੁਕਾਨਦਾਰੀ ਕਰਾਣੀ ਹੈ, ਪਹਿਲਾਂ ਰੁਪਈਆ 15-20 ਲੱਖ ਲਾਏਗਾ ਤੇ ਦੁਕਾਨਦਾਰੀ ਕਰੇਗਾ, ਬਾਅਦ ਚ ਪਤਾ ਨਹੀਂ ਰੁਪਈਆ 5000 ਮਹੀਨੇ ਦਾ ਆਣਾ ਹੈ ਕਿ ਨਹੀਂ ਆਣਾ। ਬਾਹਰ ਇੱਕ ਸਿਸਟਮ ਹੈਗਾ, ਸਰਕਾਰ ਨੇ ਬੰਦਾ ਬੇਸ਼ੱਕ ਅਨਪੜ੍ਹ ਹੈ, ਪੜ੍ਹਿਆ ਲਿਖਿਆ ਹੈਗਾ, ਉਹਨੂੰ $14 ਘੰਟੇ ਦਾ ਮਿਲਣਾ ਹੈ ਤੇ ਉਹਨੂੰ ਹਰ ਲਿਹਾਜ਼ 'ਚ ਮਿਲਣਾ ਹੀ ਮਿਲਣਾ ਹੈਗਾ। ਇਹੋ ਜਿਹੇ ਸਿਸਟਮ ਕਰਕੇ ਜੇ ਬੰਦਾ 8-10 ਘੰਟੇ ਕੰਮ ਕੀਤਾ ਉਹਨੇ $140 ਰੋਜ਼ ਦੇ ਕਮਾ ਲਏ, ਤੇ ਇੱਕ ਅਨਪੜ੍ਹ ਬੰਦਾ $140 ਰੋਜ਼ ਦੇ ਕਮਾ ਰਿਹਾ ਹੈਗਾ, ਜਾਂ ਇੱਕ +2 ਪਾਸ ਮੁੰਡਾ $140 ਰੋਜ਼ ਦੇ ਕਮਾ ਰਿਹਾ ਹੈਗਾ, ਮਤਲਬ ਮਹੀਨੇ ਭਰ ਉਹਨੇ ਕੰਮ ਕੀਤਾ, ਰੁਪਈਆ 1.5-2 ਲੱਖ ਉਹਨੇ ਕਮਾ ਲਿਆ। ਕਿਆ ਹਿੰਦੁਸਤਾਨ ਦੇ ਵਿੱਚ ਉਹ ਕਿਸੇ ਵੀ ਹਾਲਾਤ ਦੇ ਵਿੱਚ 1.5-2 ਲੱਖ ਰੁਪਏ ਕਮਾ ਸਕਦਾ ਹੈ? ਇੰਡੀਆ ਦੇ ਵਿੱਚ ਅਨਇੰਪਲੋਇਮੈਂਟ ਇੰਨੀ ਜ਼ਿਆਦਾ ਹੈ ਕਿ ਬੱਚਿਆਂ ਦਾ ਇੱਥੇ ਭਵਿੱਖ ਜਿਹੜਾ ਹੈਗਾ ਨਾ, ਅੱਛੇ ਪੜ੍ਹਨ ਦੇ ਬਾਵਜੂਦ ਵੀ ਉਹਨਾਂ ਨੂੰ ਇੱਥੇ ਨੌਕਰੀਜ਼ ਨਹੀਂ ਹੈਗੀਆਂ ਇੰਡੀਆ ਦੇ ਵਿੱਚ ਨਾ, ਚਾਂਸਸ ਉਹਨਾਂ ਦੇ ਬਹੁਤ ਘੱਟ। ਹਜ਼ਾਰਾਂ ਬੱਚੇ ਜਿਹੜੇ ਆ ਅੱਜ ਕੱਲ੍ਹ ਅੱਛੇ ਪੜ੍ਹਾਈਆਂ ਕਰਕੇ BSc BTech ਔਰ ਇੰਜੀਨੀਅਰਿੰਗ MBBS ਕਰਕੇ ਵੀ ਵਿਹਲੇ ਫਿਰ ਰਹੇ ਨੇ, ਅਤੇ ਇੰਨਾ ਜ਼ਿਆਦਾ ਸਕੋਪ ਉਹਨਾਂ ਨੂੰ ਨਜ਼ਰ ਨਹੀਂ ਆਉਂਦਾ। ਐਕਚੁਅਲੀ ਇਹ ਤਾਂ ਤੁਸੀਂ ਕਹਿ ਸਕਦੇ ਆ ਮਾਰਕੀਟਿੰਗ ਹੀ ਆ। ਤੁਸੀਂ ਆਪਣੀ ਚੀਜ਼ ਨੂੰ, ਜਿੱਦਾਂ ਕਿ ਆਪਾਂ ਕੋਈ ਪ੍ਰੋਡਕਟ ਸੈੱਲ ਕਰਨ ਨੂੰ ਕੁਝ ਵੀ ਆਪਾਂ ਥੀਮ ਯੂਜ਼ ਕਰ ਲੈਂਦੇ ਆ, ਉੱਦਾਂ ਹੀ IELTS ਦੇ ਵਿੱਚ ਬਣ ਚੁੱਕਿਆ ਆ। ਸਾਡੇ ਕੋਲ ਬਹੁਤ ਇੰਸਟੀਟਿਊਟਸ ਆ ਜਿਹੜੇ ਇਹ ਵੀ ਇਨਸ਼ੋਰ ਕਰਦੇ ਕਿ ਜੇ ਤੁਹਾਡੇ ਬੈਂਡ ਨਹੀਂ ਆਉਗੇ ਤਾਂ ਤੁਹਾਨੂੰ ਤੁਹਾਡੇ ਜਿਹੜੇ ਅਸੀਂ ਪੈਸੇ ਰਿਟਰਨ ਕਰ ਦਾਂਗੇ, ਪਰ ਐ ਸੱਚ ਕੁਝ ਨਹੀਂ ਹੁੰਦਾ। ਇੱਦਾਂ ਬਹੁਤ ਅੱਜ ਦੀ ਮਾਰਕੀਟ ਦੇ ਵਿੱਚ ਕਿੰਨੇ ਫਰਾਡ ਬਣ ਚੁੱਕੇ ਆ, ਅਤੇ ਇਸ ਤੋਂ ਬਾਅਦ ਉਹਨਾਂ ਨੂੰ ਜਦੋਂ ਤੱਕ ਚੰਗੀ ਗਾਈਡੈਂਸ ਨਹੀਂ ਮਿਲਦੀ ਉਹਨਾਂ ਦੇ ਬੈਂਡਸ ਨਹੀਂ ਆ ਪਾਉਂਦੇ, ਫਿਰ ਉਹਦੇ ਕਰਕੇ ਡਿਲੇ ਵੀ ਹੋ ਜਾਂਦਾ ਆ, ਡੀਮੋਟੀਵੇਟ ਹੋ ਜਾਂਦੇ ਆ ਕੁਝ ਸਟੂਡੈਂਟਸ, ਤਾਂ ਆਪਣਾ ਜਿਹੜਾ ਪਲਾਨ ਹੀ ਕੁਇਟ ਕਰ ਦਿੰਦੇ ਆ। ਗੱਲ ਸਿਰਫ ਇੱਥੇ ਨਹੀਂ ਮੁੱਕ ਜਾਂਦੀ ਕਿ ਨੌਜਵਾਨ ਬੱਚਿਆਂ ਦੇ ਵਿੱਚ ਬਾਹਰ ਜਾਣ ਦਾ ਰੁਝਾਨ ਬਹੁਤ ਹੈ, ਚਾਹਵਾਨ ਬੜੇ ਨੇ। ਜਿਹੜੇ ਨੌਜਵਾਨ ਉੱਥੇ ਪਹੁੰਚੇ ਨੇ, ਜਿਹੜੇ ਵਿਦਿਆਰਥੀ ਉੱਥੇ ਯੂਨੀਵਰਸਿਟੀ ਕਾਲਜਾਂ ਦੇ ਵਿੱਚ ਪੜ੍ਹਦੇ ਨੇ ਤੇ ਪਾਰਟ ਟਾਈਮ ਨੌਕਰੀਆਂ ਵੀ ਕਰਦੇ ਨੇ, ਉਹਨਾਂ ਦੀ ਸਥਿਤੀ ਕਿਵੇਂ ਦੀ ਹੈ, ਉਹਨਾਂ ਦੇ ਹਾਲਾਤ ਕਿਹੋ ਜਿਹੇ ਨੇ, ਇਹ ਜਾਣਨਾ ਵੀ ਬੜਾ ਜ਼ਰੂਰੀ ਹੈ। ਅਸੀਂ ਕੈਨੇਡਾ ਤੋਂ ਖਾਸ ਤੌਰ ਤੇ ਇਹ ਰਿਪੋਰਟ ਮੰਗਾਈ ਹੈ ਤੇ ਤੁਹਾਨੂੰ ਦਿਖਾਉਂਦੇ ਹਾਂ ਕਿ ਜਿਹੜੇ ਬੱਚੇ ਉੱਥੇ ਪੜ੍ਹ ਰਹੇ ਨੇ ਉਹਨਾਂ ਦੇ ਕੀ ਹਾਲਾਤ ਨੇ। ਮੇਰਾ ਨਾਮ ਪ੍ਰਭਜੀਤ ਸਿੰਘ ਹੈ ਤੇ ਮੈਨੂੰ ਕੈਨੇਡਾ ਆਏ ਨੂੰ 8 ਮੰਥ ਹੋ ਚੁੱਕੇ ਨੇ। ਮੇਰਾ ਕਾਲਜ ਸੈਂਟ ਲੋਰੈਂਸ ਹੈ, ਮੈਂ ਪੰਜਾਬ ਤੋਂ ਅੰਮ੍ਰਿਤਸਰ ਤੋਂ, ਤੇ ਇੱਥੇ ਮੈਂ ਆਪਣੇ ਕਜ਼ਨ ਨਾਲ ਰਹਿ ਰਿਹਾ। ਤੇ ਸਟੂਡੈਂਟ ਨੂੰ ਦੇਖਿਆ ਜਾਵੇ ਤਾਂ ਇੱਥੇ ਜਿਹੜੇ ਆਉਂਦੇ ਆ ਕਾਫੀ ਪ੍ਰੋਬਲਮ ਫੇਸ ਕਰਨੀ ਪੈਂਦੀ, ਲਾਈਕ ਰਹਿਣ ਦੀ ਪ੍ਰੋਬਲਮ, ਵੈਦਰ ਦੀ ਪ੍ਰੋਬਲਮ, ਕਿਉਂਕਿ ਉੱਥੇ ਅਸੀਂ ਕਿਸੇ ਵੀ ਚੀਜ਼ ਦੀ ਸਾਨੂੰ ਜ਼ਿਆਦਾ ਨੌਲੇਜ ਨਹੀਂ ਹੁੰਦੀ ਪੰਜਾਬ 'ਚ, ਲਾਈਕ ਬੈਂਕਿੰਗ ਵਗੈਰਾ ਦੀ ਜਾਂ ਫਿਰ ਹੋਰ ਵੀ ਕਿਸੇ ਸਿਸਟਮ ਦੀ। ਅਤੇ ਇੱਥੇ ਸਾਨੂੰ ਹਰ ਤਰ੍ਹਾਂ ਦੀ ਪ੍ਰੋਬਲਮ ਫੇਸ ਕਰਨੀ ਪੈਂਦੀ ਹੈ, ਕੰਮ ਦੀ ਪ੍ਰੋਬਲਮ, ਅਤੇ ਕਿਉਂਕਿ ਸਟੱਡੀ ਦੇ ਨਾਲ ਕੋਆਪਰੇਟ ਕਰਨਾ ਔਖਾ ਹੁੰਦਾ ਹਰ ਚੀਜ਼ ਨੂੰ। ਜਦ ਮੈਂ ਇੱਥੇ ਆਈ ਸੀਗੀ ਮੈਨੂੰ ਲੱਗਾ ਸੀਗਾ ਕਿ ਸਾਰਾ ਕੁਝ ਬਹੁਤ ਹੀ ਈਜ਼ੀ ਹੋਊਗਾ ਮੇਰੇ ਲਈ, ਐਂਡ ਮੈਂ ਇੱਥੇ ਆ ਕੇ ਆਪਣੀ ਵਧੀਆ ਪੜ੍ਹਾਈ ਕਰੂੰਗੀ, ਆਪਣੇ ਪੇਰੈਂਟਸ ਨੂੰ ਪ੍ਰਾਊਡ ਫੀਲ ਕਰਵਾਉਂਗੀ, ਐਂਡ ਸਾਰਾ ਕੁਝ ਬਹੁਤ ਹੀ ਵਧੀਆ ਹੋਊਗਾ। ਇੰਡੀਆ ਤੋਂ ਮੈਂ ਬਸ ਇੱਕ ਫੀਸ ਭਰ ਕੇ ਆਈ ਸੀ, ਐਂਡ ਇੱਥੇ ਆ ਕੇ ਮੈਨੂੰ ਲੱਗਾ ਕਿ ਮੈਂ ਜੌਬ ਕਰੂੰਗੀ ਐਂਡ ਸਾਰਾ ਕੁਝ ਬਹੁਤ ਵਧੀਆ ਹੋ ਜਾਊਗਾ, ਐਂਡ ਸ਼ਾਇਦ ਜੇ ਕਿਤੇ ਲੋੜ ਪਈ ਤਾਂ ਮੇਰੇ ਪੇਰੈਂਟਸ ਵੀ ਮੈਨੂੰ ਹੈਲਪ ਕਰਨਗੇ, ਜੋ ਕਿ ਉਹਨਾਂ ਨੇ ਕੀਤੀ ਫॉर श्योर। ਐਂਡ ਜੌਬ ਮੋਸਟਲੀ ਜਦ ਵੀ ਮੇਰੀ ਕੋਈ ਫਰੈਂਡ ਆਉਂਦੀ ਆ, ਯਾਰ ਕੋਈ ਕੰਮ ਲੱਭ ਦੇ, ਯਾਰ ਮੈਨੂੰ ਕੰਮ ਨਹੀਂ ਲੱਭਦਾ ਪਿਆ, ਮੇਰਾ ਰੈਂਟ ਆ ਗਿਆ, ਮੇਰੇ ਫੋਨ ਦੇ ਬਿੱਲ ਆ ਗਏ, ਯਾਰ ਮੈਂ ਆ ਕਰਨਾ। ਸੋ ਇੱਥੇ ਆ ਕੇ ਲਾਈਫ ਇੰਨੀ ਈਜ਼ੀ ਨਹੀਂ ਹੈਗੀ। ਬਸ ਇਹੀ ਤੁਹਾਨੂੰ ਸਾਰਿਆਂ ਨੂੰ ਮੈਸੇਜ ਦਊਂਗੀ ਕਿ ਬੀ ਸਟਰੋਂਗ। ਜੇ ਤੁਸੀਂ ਇੱਥੇ ਆਉਣਾ ही चाहते हो, पढ़ना ही चाहते हो, तो प्लीज़ ये सारा कुछ तैयार करके आए, बी स्ट्रॉन्ग। खास करके हमारे जो इंडिया से स्टूडेंट्स आते हैं, मोस्टली हाई स्कूल से ही बच्चे आते हैं जो कि आफ्टर 12th जिनका सपना होता है कि भाई कनाडा जाके कुछ अच्छा कोर्स करना है। हालांकि उन बच्चों को ये ध्यान में रखना चाहिए कि वो पहले तो अपने गांव में ही रहे हैं या छोटे शहरों से हैं। बहुत से बच्चों से मैं मिला हूँ जो छोटे शहरों से होते हैं, उन्हें थोड़ा इस बात का ध्यान रखना चाहिए कि वो किसी एक डेवलपिंग कंट्री से एक डेवलप्ड कंट्री में की तरफ मूव हो रहे हैं, तो कल्चरली उन्हें लगता है या हो सकता है कि उन्हें कुछ एकदम बहुत सा अलग लगे। पहले वो परिवार की निगरानी में रहते हैं तो उन्हें एकदम हो सकता है यहाँ के ऐसे थोड़ी फ्रीडम ऐसे मिले जिसका उन्हें पहले एहसास ना हो, तो उन्हें इन सब चीज़ों का ध्यान रखना चाहिए। अगर आप अपनी फ़ीस की मैं आपको बात बताऊं तो यहाँ पे ऑलमोस्ट हर कॉलेज की एक स्टैंडर्ड फ़ीस है जो कि 25 से 30 हज़ार डॉलर होती है, जो कि हमारे इंडिया में 15 से 20 लाख रुपए होती है, और कोई भी एक नॉर्मल मिडिल क्लास फैमिली अफोर्ड कर पाती है। और जो गाँव से किसानों के आने वाले बच्चे हैं उन्हें तो अपनी शायद ज़मीनें ही गिरवी रखनी पड़ती हैं। तो आप कोशिश करिए कि आप अपनी फ़ीस वहीं से लेके आएँ, और क्योंकि यहाँ पे फ़ीस निकालना बहुत ही मुश्किल हो जाता है, क्योंकि मोस्टली कोर्स की लेंथ 1 या 1.5 साल की होती है,
और आपको जो सेमेस्टर ब्रेक मिलता है उसमें आप इतना काम नहीं कर पाते हैं कि आप अपनी आसानी से फ़ीस निकाल सकें। ਚੰਗੀ ਜ਼ਿੰਦਗੀ ਤੇ ਸੁਨਹਿਰੇ ਭਵਿੱਖ ਦੀ ਆਸ ਤੇ ਅਰਦਾਸ ਦੇ ਵਿੱਚ ਬਾਹਰ ਜਾਣਾ ਕੋਈ ਗਲਤ ਵੀ ਨਹੀਂ ਹੈ, ਪਰ ਕਿਵੇਂ ਦੇ ਹਾਲਾਤਾਂ ਦੇ ਵਿੱਚ ਤੁਸੀਂ ਬਾਹਰ ਜਾ ਰਹੇ ਹੋ ਔਰ ਕਿਵੇਂ ਦੇ ਉੱਥੇ ਦੇ ਹਾਲਾਤ ਨੇ ਇਹ ਸਮਝਣਾ ਵੀ ਬੜਾ ਜ਼ਰੂਰੀ ਹੈ। ਅਸੀਂ ਇਹ ਨਹੀਂ ਕਹਿੰਦੇ ਕਿ ਬਾਹਰ ਜਾਣਾ ਗਲਤ ਹੈ, ਪਰ ਅਸੀਂ ਇਹ ਕਹਿੰਦੇ ਹਾਂ ਕਿ ਗੈਰ ਕਾਨੂੰਨੀ ਤਰੀਕੇ ਨਾਲ ਜਾਣਾ ਗਲਤ ਹੈ। ਔਰ ਉਸ ਤੋਂ ਵੀ ਵੱਡੀ ਗੱਲ, ਜੇਕਰ ਜਿੰਨੇ ਤੁਹਾਡੇ ਲੋੜੀਂਦੇ ਸੋਰਸਿਸ ਨੇ ਉਹਨਾਂ ਸੋਰਸਿਸ ਦੇ ਅਧੀਨ ਤੁਹਾਨੂੰ ਪੰਜਾਬ ਦੇ ਵਿੱਚ ਹੀ ਸਭ ਕੁਝ ਮਿਲ ਰਿਹਾ ਤਾਂ ਸ਼ਾਇਦ ਬੇਮਾਇਨੇ ਜੇ ਹੋ ਜਾਂਦਾ ਹੈ ਕਿ ਆਪਣਾ ਮੁਲਕ, ਆਪਣੀ ਧਰਤੀ, ਆਪਣਾ ਘਰ ਪਰਿਵਾਰ ਛੱਡ ਕੇ ਜਦੋਂ ਤੁਸੀਂ ਬਾਹਰਲੇ ਮੁਲਕ ਦੇ ਵਿੱਚ ਜਾਂਦੇ ਹੋ। ਸੋ ਉਮੀਦ ਸਾਡੀ ਇਹੀ ਹੈ ਕਿ ਇਸ ਪ੍ਰੋਗਰਾਮ ਦੇ ਜ਼ਰੀਏ ਜੋ ਵੀ ਪੋਜ਼ਿਟਿਵ ਚੀਜ਼ਾਂ ਹੈਗੀਆਂ ਨੇ ਉਹ ਲੋਕਾਂ ਤੱਕ ਪਹੁੰਚਣਗੀਆਂ। ਜੇਕਰ ਇਸ ਪ੍ਰੋਗਰਾਮ ਦੇ ਸੰਬੰਧੀ ਕੋਈ ਵੀ ਤੁਸੀਂ ਸੁਝਾਅ ਦੇਣਾ ਚਾਹੁੰਦੇ ਹੋ, ਕੋਈ ਆਪਣੀ ਰਾਏ ਦੇਣਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ। ਸਾਡਾ ਈਮੇਲ ਪਤਾ ਹੈ feedback@ptcnetwork.com। ਦੇਸ਼ ਦੁਨੀਆ ਦੀ ਬਾਕੀ ਖਬਰਾਂ ਲਈ ਬਣੇ ਰਹੋ PTC ਨਿਊਜ਼ ਦੇ ਨਾਲ। ਧੰਨਵਾਦ।